ਕੈਨੇਡਾ ਵਿੱਚ ਪੰਜਾਬੀਆਂ ਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ਹੈ। ਖਾਸ ਕਰਕੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਪੰਜਾਬੀ 100 ਸਾਲ ਤੋਂ ਪਹਿਲਾਂ ਪਹੁੰਚ ਗਏ ਸਨ ਅਤੇ ਅੱਜ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਆ ਰਹੇ ਨੇ। ਸੋ ਹੁਣ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਕਿ ਇੱਕ ਪ੍ਰੋਜੈਕਟ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬੀਆਂ ਦੇ ਇਤਿਹਾਸ ਬਾਰੇ, ਉਹਨਾਂ ਦੇ ਵਿਕਾਸ ਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਤੇ ਇਸੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਵਿਧਾਇਕਾ ਜਿੰਨੀ ਸਿੰਮਸ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਕਿ ਆਖਰਕਾਰ ਇਹ ਪ੍ਰੋਜੈਕਟ ਹੈ ਕੀ ਆ ਤੇ ਇਸ ਦੇ ਵਿੱਚ ਕੀ ਜੋ ਇਤਿਹਾਸ ਬਾਰੇ ਦਿਖਾਇਆ ਜਾਵੇਗਾ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਤੇ ਜਿਹੜੇ ਤੁਹਾਡੇ ਸਾਰੇ ਵਿਊਅਰਸ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਪ੍ਰੋਜੈਕਟ ਦੀ ਸਭ ਤੋਂ ਪਹਿਲਾਂ ਗੱਲ ਕਿੱਥੋਂ ਚੱਲੀ, ਜਦੋਂ ਪ੍ਰੋਜੈਕਟ ਸ਼ੁਰੂ ਕਰਨ ਬਾਰੇ ਕੀ ਇਹ ਪੰਜਾਬੀ ਵਿਧਾਇਕਾਂ ਵੱਲੋਂ ਗੱਲ ਕੀਤੀ ਗਈ ਜਾਂ ਫਿਰ ਸਰਕਾਰ ਨੇ ਖੁਦ ਇਸ ਚੀਜ਼ ਦੀ ਪਛਾਣ ਕੀਤੀ? ਦੇਖੋ, ਕਾਫੀ ਚਿਰ ਹੋ ਗਿਆ ਕਮਿਊਨਿਟੀ ਕਹਿ ਰਹੀ ਆ ਵੀ ਸਾਡੇ ਵੀ ਇੰਨਾ ਅਸੀਂ ਇੱਥੇ ਯੋਗਦਾਨ ਪਾਇਆ ਆ ਇਸ ਮੁਲਕ ਦੇ ਵਿੱਚ, ਪਰ ਬਾਹਲਾ ਕੁਛ ਹੈ ਨਹੀਂ ਸੀ, ਦੱਸਦਾ ਨਹੀਂ ਸੀਗਾ ਤੇ ਨਾ ਅਸੀਂ ਆਪਣੀ ਹਿਸਟਰੀ ਵਾਲੀ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖੀ ਸੀਗੀ। ਖੋਮਾ ਘਾਟਾ ਮਰੂ ਦਾ ਜ਼ਰੂਰ ਰੌਲਾ ਪੈਂਦਾ ਰਿਹਾ ਆ ਤੇ ਉਹਦੇ ਵਿੱਚ ਬੁੱਕਾਂ ਵੀ ਲਿਖੀਆਂ ਗਈਆਂ ਤੇ ਉਹਦੇ ਵਿੱਚ ਬੈਂਕੁਏਟ ਵੀ ਹੋਏ ਆ ਤੇ ਫਿਰ ਇੱਕ ਗੱਲ ਹੋਰ ਸੀਗੀ ਵੀ ਉਹਦੀ ਮਾਫੀ ਵੀ ਮੰਗੀ ਗਈ ਆ ਇੱਥੇ ਵੀ ਤੇ ਉੱਥੇ ਓਟਵਾ ਦੇ ਵਿੱਚ ਵੀ। ਪਰ ਸਭ ਤੋਂ ਵੱਡੀ ਗੱਲ ਹੈਗੀ ਵੀ ਕੈਨੇਡਾ ਇੱਕ ਮਲਟੀ ਕਲਚਰਲ ਦੇਸ਼ ਆ। ਇੱਥੇ ਦੁਨੀਆ ਜਿਹੜੇ ਰਹਿਣ ਵਾਲੇ ਆ ਹਰੇਕ ਪਾਸਿਓਂ ਤੋਂ ਆਏ ਆ। ਪਰ ਜਦੋਂ ਅਸੀਂ ਆਪਣੀ ਹਿਸਟਰੀ ਬੁੱਕਸ ਪੜ੍ਹਦੇ ਹਾਂ ਸਕੂਲਾਂ ਦੇ ਵਿੱਚ, ਮੈਂ ਵੀ ਪੜ੍ਹਾਉਂਦੀ ਰਹੀ ਹਾਂ ਨਾ, ਮੈਂ ਇਹ ਦੇਖਿਆ ਵੀ 95% ਜਿਹੜਾ ਹਿਸਟਰੀ ਬੁੱਕਸ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ ਉਹ ਯੂਰਪੀਅਨ ਹਿਸਟਰੀ ਸੀ। ਉਹ ਸੀਗਾ ਵੀ ਇੰਗਲੈਂਡ ਵਾਲੇ ਇੱਦਾਂ ਆਏ, ਆਇਰਲੈਂਡ ਵਾਲੇ ਇੱਦਾਂ ਆਏ। ਜਦੋਂ ਚਾਈਨਾ 'ਤੇ ਚੱਲ ਜਾਂਦਾ ਸੀ ਉੱਥੇ ਛੋਟਾ ਜਿਹਾ ਪੈਰਾਗ੍ਰਾਫ ਹੁੰਦਾ ਸੀਗਾ ਤੇ ਫਿਰ 2-3 ਸੈਂਟੈਂਸਸ ਹੁੰਦੇ ਸੀਗੇ ਖੋਮਾ ਘਾਟਾ ਮਰੂ ਦੇ, ਉਹ ਵੀ ਮਸੀਂ ਪੁਆਏ ਸੀਗੇ 1980 ਤੋਂ ਬਾਅਦ। ਰਾਈਟ, ਸੋ ਇਸ ਕਰਕੇ ਵੀ ਬਹੁਤ ਹੀ ਹੈਗਾ ਵੀ ਜੇ ਸਾਡੀ ਹਿਸਟਰੀ ਇੱਥੇ ਅਸੀਂ ਇੰਨਾ ਵੱਡਾ ਰੋਲ ਪਲੇ ਕੀਤਾ ਆ, ਫਿਰ ਸਾਨੂੰ ਹਿਸਟਰੀ ਵਿੱਚ ਦਿਸਣਾ ਚਾਹੀਦਾ। ਜਿੱਦਾਂ ਕਹਿੰਦੇ ਹੁੰਦੇ ਵੀ ਸਾਡਾ ਹੱਕ ਆ, ਸਾਡਾ ਸੱਚ ਆ ਵੀ ਅਸੀਂ ਵੀ ਇੱਥੇ ਦੇ ਰਹਿਣ ਵਾਲੇ ਆ। ਹੁਣ ਇੱਕ ਜਦੋਂ ਇਹ ਪ੍ਰੋਜੈਕਟ ਨੂੰ ਸ਼ੁਰੂ ਕੀਤੇ ਨੂੰ ਥੋੜ੍ਹਾ ਕੁ ਵਕਤ ਹੋ ਗਿਆ ਆ, ਹੁਣ ਹੋਰ ਉਹਨਾਂ ਨੂੰ ਪੈਸੇ ਦੇ ਰਹੇ ਆ, ਪਰ ਇਹ ਪ੍ਰੋਜੈਕਟ ਆਪਣੇ ਆਬਟਸਫੋਰਡ ਫਾਊਂਡੇਸ਼ਨ ਵਾਲਿਆਂ ਨੂੰ ਮਿਲ ਰਹੇ ਆ ਤੇ ਉਹਨਾਂ ਨੇ ਐਡਵਾਈਜ਼ਰੀ ਕਮੇਟੀ ਸੈੱਟ ਕੀਤੀ ਹੈ ਜਿੱਥੇ ਆਪਣੀ ਕਮਿਊਨਿਟੀ ਦੇ ਸਕਾਲਰਸ ਤੇ ਬਿਜ਼ਨਸ ਆਪਣੇ ਉਹ ਲੀਡਰਸ਼ਿਪ ਬੈਠੀ ਆ ਤੇ ਇਹਦੇ ਨਾਲ ਕੰਮ ਕਰੂਗੀ ਫਰੇਜ਼ਰ ਵੈਲੀ ਯੂਨੀਵਰਸਿਟੀ। ਫਰੇਜ਼ਰ ਵੈਲੀ ਯੂਨੀਵਰਸਿਟੀ ਵਿੱਚ ਸਾਊਥ ਏਸ਼ੀਅਨ ਸਟੱਡੀਜ਼ ਕੋਰਸ ਇੱਕ ਚੱਲ ਰਿਹਾ ਆ, ਉਹ ਵੀ ਨਾਲ ਕੰਮ ਕਰਨਗੇ। ਤੇ ਇਹ ਦੇਖੋ ਆਪਣੇ ਬੱਚਿਆਂ ਲਈ ਬਹੁਤ ਇੰਪੋਰਟੈਂਟ ਹੈਗਾ ਵੀ ਜਦੋਂ ਉਹ ਉੱਥੇ ਸਕੂਲੇ ਬੈਠ ਕੇ ਪੜ੍ਹਨਗੇ ਉਹਨਾਂ ਨੂੰ ਦਿਸੂਗਾ ਵੀ ਸਾਡੇ ਨਾਨੇ ਨੇ, ਸਾਡੇ ਦਾਦੇ ਨੇ ਜਾਂ ਸਾਡੇ ਵਰਗਿਆਂ ਲੋਕਾਂ ਨੇ ਵੀ ਇਸ ਮੁਲਕ ਵਿੱਚ ਹਿੱਸਾ ਪਾਇਆ ਆ। ਪਰ ਸਭ ਤੋਂ ਵੱਡੀ ਗੱਲ ਹੈਗੀ ਆ, ਜ਼ਰੂਰਤ ਹੈਗੀ ਆ ਵੀ ਜਿਹੜੇ ਦੂਸਰੇ ਬੱਚੇ ਆ ਦੂਸਰੇ ਮੁਲਕਾਂ ਦੇ ਆ ਉਹ ਵੀ ਜਾਣਨ, ਪਛਾਣਨ ਤੇ ਕਦਰ ਕਰਨ ਵੀ ਕੈਨੇਡਾ ਜੇ ਬਣਿਆ ਆ ਅੱਜ ਮਜ਼ਬੂਤ ਸਾਡਾ BC ਹੈਗਾ ਆ। ਇਹਦੇ ਵਿੱਚ ਜਿਹੜੇ ਲੋਕ ਪੰਜਾਬ ਤੋਂ ਆਏ ਆ, ਜਿਹੜੇ ਲੋਕ ਚਾਈਨਾ ਤੋਂ ਆਏ ਆ, ਜਿਹੜੇ ਲੋਕ ਫਿਲੀਪੀਨੋਸ ਤੋਂ ਆਏ ਆ, ਸਾਰਿਆਂ ਦਾ ਓਨਾ ਹੀ ਵੱਡਾ ਹੱਥ ਹੈਗਾ ਆ ਜਦੋਂ ਆਪਾਂ ਯੂਰਪੀਅਨ ਵੱਲ ਨੂੰ ਦੇਖੀਦਾ ਆ। ਜਦੋਂ ਮੈਂ ਪੜ੍ਹਾਉਂਦੀ ਹੁੰਦੀ ਸੀਗੀ, ਮੈਂ ਟੀਚਰਸ ਦੀ ਪ੍ਰੈਜ਼ੀਡੈਂਟ ਸੀਗੀ, ਉਦੋਂ ਮੈਂ ਸਦਾ ਹੀ ਕਹਿੰਦੀ ਹੁੰਦੀ ਸੀਗੀ ਸਾਨੂੰ ਐਸੇ ਟੀਚਰ ਚਾਹੀਦੇ ਆ ਜਿਹੜੇ ਜਦੋਂ ਬੱਚੇ ਦੇਖਣ ਉਹਨਾਂ ਵੱਲ ਨੂੰ ਉਹਨਾਂ ਨੂੰ ਆਪਣਾਪਨ ਮਹਿਸੂਸ ਹੋਵੇ ਵੀ ਹਰੇਕ ਰੰਗ ਬਰੰਗ ਦੇ ਚਾਹੀਦੇ ਆ। ਇਸੇ ਤਰ੍ਹਾਂ ਹੀ ਸਾਡੀ ਹਿਸਟਰੀ ਵੀ ਸਿਰਫ ਯੂਰਪੀਅਨ ਹਿਸਟਰੀ ਨਹੀਂ, ਇੱਥੇ ਪਹਿਲੇ ਰਹਿਣ ਵਾਲੇ ਐਬੋਰੀਜਨਲ ਇੰਡੀਜੀਨਸ ਫੋਕ ਹੈਗੇ ਉਹਨਾਂ ਦੀ ਵੀ ਹਿਸਟਰੀ ਪੱਕੇ ਤਰ੍ਹਾਂ ਹੋਣੀ ਚਾਹੀਦੀ ਆ ਤੇ ਫਿਰ ਸਾਡੀ ਵੀ। ਪਰ ਗਰਵ ਦੀ ਇਹ ਗੱਲ ਹੈਗਾ, ਮੈਂ ਆਈ ਫੀਲ ਵੈਰੀ ਪ੍ਰਾਊਡ ਵੀ ਸਾਡੇ ਪ੍ਰੀਮੀਅਰ ਨੇ ਇਹ ਅਨਾਊਂਸਮੈਂਟ ਕੀਤਾ ਆ ਵੀ ਜਿਹੜੀ ਦੇਣ ਪੰਜਾਬੀਆਂ ਦੀ ਆ ਉਹਨਾਂ ਨੂੰ ਡਿਜੀਟਲੀ ਰਿਸੋਰਸਿਸ ਹੋਣਗੇ, ਆਨਲਾਈਨ ਵੀ ਐਕਚੁਅਲ ਰਿਸੋਰਸਿਸ ਹੋਣਗੇ ਵੀ, ਇਹ ਸਭ ਕੁਛ ਡਿਵੈਲਪਮੈਂਟ ਹੋਊਗੀ ਹੁਣ ਵੀ ਜਿਹੜੇ ਬੱਚੇ ਵੀ ਤੇ ਜਿਹੜੇ ਅਡਲਟਸ ਹੈਗੇ ਆ ਉਹ ਵੀ ਇੰਜੋਏ ਕਰ ਸਕਣਗੇ। ਕਰਕੇ ਬਹੁਤ ਸਾਰੇ ਇੱਥੇ ਹੈਗੇ ਆ ਜਿਨ੍ਹਾਂ ਨੂੰ ਸਾਡੀ ਹਿਸਟਰੀ ਦਾ ਨਹੀਂ ਪਤਾ, ਸਾਡੇ ਬੱਚਿਆਂ ਨੂੰ ਬਹੁਤ ਘੱਟ ਪਤਾ ਹੈ। ਜੀ, ਇਸ ਪ੍ਰੋਜੈਕਟ ਦੇ ਵਿੱਚ ਫਿਰ ਕੋਈ ਮਿਊਜ਼ੀਅਮ ਟਾਈਪ ਕੁਝ ਬਣਾਇਆ ਜਾਊਗਾ ਜਾਂ ਫਿਰ ਕੁਝ ਸਿਲੇਬਸ ਵਿੱਚ ਵੀ ਐਡ ਕੀਤਾ ਜਾਊਗਾ? ਦੇਖੋ, ਇਸ ਵਕਤ ਜਦੋਂ ਅਸੀਂ BC ਮਿਊਜ਼ੀਅਮ ਵਿੱਚ ਚਾਹੀਦਾ ਆ, ਉੱਥੇ ਇਸ ਪ੍ਰੋਜੈਕਟ ਦਾ ਜਿਹੜੀ ਸ਼ੁਰੂਆਤ ਹੋਈ ਸੀਗੀ ਉੱਥੇ ਇੱਕ ਸੈਕਸ਼ਨ ਬਣਿਆ ਗਿਆ, ਕਮਰਾ ਹੈਗਾ ਆ ਜਿੱਥੇ ਉਹ ਚੀਜ਼ਾਂ ਰੱਖੀਆਂ ਆ, ਇੰਟਰੈਕਟਿਵ ਮਿਊਜ਼ੀਅਮ ਆ। ਤੇ ਜਦੋਂ ਆਪਾਂ BC ਮਿਊਜ਼ੀਅਮ ਵਿੱਚ ਚੱਲ ਜਾਈਏ ਉੱਥੇ ਜਿਹੜਾ ਸਾਡਾ ਫੋਰੈਸਟਰੀ ਇੰਡਸਟਰੀ ਵਿੱਚ ਦੇਣ ਹੈਗੀ ਆ ਉਹ ਵੀ ਸਭ ਦਿਸਦੀ ਆ। ਪਰ ਜਿਸ ਤਰ੍ਹਾਂ ਚਾਈਨੀਜ਼ ਮਿਊਜ਼ੀਅਮ ਵੀ ਅਸੀਂ ਐਲਾਨ ਕੀਤਾ ਆ,
ਉਹ ਵੀ ਇਸ ਤਰ੍ਹਾਂ ਹੀ ਸ਼ੁਰੂ ਹੋਇਆ ਸੀ। ਜੀ 2014 ਵਿੱਚ ਉਹਨਾਂ ਨੂੰ ਵੀ ਇੰਨੀ ਕੀ ਫੰਡਿੰਗ ਮਿਲੀ ਸੀਗੀ। ਉਹ 4 ਸਾਲਾਂ ਦੇ ਵਿੱਚ ਉਹਨਾਂ ਨੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਤੇ ਕਮਿਊਨਿਟੀ ਨੂੰ ਨਾਲ ਜੋੜ ਕੇ ਇਹ ਮੰਗ ਰੱਖੀ ਸੀਗੀ ਵੀ ਸਾਨੂੰ ਮਿਊਜ਼ੀਅਮ ਚਾਹੀਦਾ। ਜੀ ਸੋ ਜਿਸ ਤਰ੍ਹਾਂ ਪ੍ਰੀਮੀਅਰ ਹੋਗਨ ਵੀ ਕਹਿੰਦਾ ਆ, ਇਹ ਸਾਡੀ ਸ਼ੁਰੂਆਤ ਆ। ਜੀ ਦਿਸ ਇਜ਼ ਵੀ 2-3 ਸੀੜੀਆਂ ਚੜ੍ਹ ਗਏ ਆ, ਹਾਲੇ ਹੋਰ ਸੀੜੀਆਂ ਹੈਗੀਆਂ ਆ, ਪਰ ਇਹਦੇ ਵਿੱਚ ਕਮਿਊਨਿਟੀ ਦਾ ਸਾਥ ਤੁਰਨਾ ਬਹੁਤ ਜ਼ਰੂਰੀ ਆ। ਜੀ ਤੇ ਹੁਣ ਇਸ ਪ੍ਰੋਜੈਕਟ ਦੇ ਵਿੱਚ ਫਿਰ ਕਿਹੜੀਆਂ ਚੀਜ਼ਾਂ ਬਣਾਈਆਂ ਜਾਣਗੀਆਂ ਜਿਹਦਾ ਲੋਕਾਂ ਨੂੰ ਜਾਂ ਹੋਰ ਅਗਲੀਆਂ ਪੀੜ੍ਹੀਆਂ ਨੂੰ ਅਵੇਅਰਨੈਸ ਕਰਨ ਕਿ ਪੰਜਾਬੀਆਂ ਨੇ ਜਾਂ ਉਹਨਾਂ ਦੇ ਪੁਰਖਿਆਂ ਨੇ ਆ ਕੇ ਆਹ ਕੀਤਾ ਕੈਨੇਡਾ ਵਿੱਚ? ਇਹ ਜਿਹੜੀ ਐਡਵਾਈਜ਼ਰੀ ਕਮੇਟੀ ਆ ਨਾ, ਉਹ ਗਾਈਡ ਕਰੂਗੀ ਤਾਂ ਫਿਰ ਜਿਹੜੇ ਨਾਲ ਰਿਸਰਚ ਕਰਨਗੇ, ਜਿਹੜੇ ਆਰਕੀਵਿਸਟ ਹੁੰਦੇ ਆ ਮਿਊਜ਼ੀਅਮ ਲਈ, ਉਹ ਸਾਰਾ ਸਮਾਨ ਇਕੱਠਾ ਕਰਨਗੇ। ਇਹਦੇ ਵਿੱਚ ਕਮਿਊਨਿਟੀ ਦਾ ਬਹੁਤ ਵੱਡਾ ਹੱਥ ਹੋਊਗਾ, ਕਰਕੇ ਆਪਣੇ ਕੋਲ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਆ, ਆਪਾਂ ਮੈਗਜ਼ੀਨ ਵੀ ਪਬਲਿਸ਼ ਕੀਤੀਆਂ ਆ, ਪਰ ਆਪਾਂ ਉਹ ਜਿਹੜੀਆਂ ਵੀ ਆਰਕਾਈਵ ਚੀਜ਼ਾਂ ਕਰਨ ਦੀ ਲੋੜ ਆ, ਉਹ ਤੇ ਇੱਕ ਦੇਖੋ ਜਦੋਂ ਆਪਾਂ ਖੋਮਾ-ਗਾਟਾ-ਮਰੂ ਦੀ ਗੱਲ ਕਰਦੇ ਆ, ਉਹ ਜਿਹੜੀਆਂ ਚਿੱਠੀਆਂ ਵੀ ਲਿਖੀਆਂ ਸੀਗੀਆਂ, ਜਿਹੜਾ ਉੱਥੇ ਸ਼ਿਪ ਦੇ ਉੱਪਰ ਆਰਡਰਸ ਵੀ ਹੁੰਦੇ ਆ, ਉਹ ਸਾਰੀਆਂ ਡਿਜੀਟਲੀ ਸੇਵ ਕੀਤੀਆਂ ਆ, ਉਹ ਆਪਣੀ ਹਿਸਟਰੀ ਬਣ ਗਈ ਆ ਹੁਣ। ਇਸ ਤਰ੍ਹਾਂ ਹੀ ਜਿੱਦਾਂ ਪਹਿਲਾਂ ਆਏ ਸੀ, ਜਿੱਦਾਂ ਸਾਡੀਆਂ ਬੀਬੀਆਂ ਨੇ ਕੁਰਬਾਨੀਆਂ ਦਿੱਤੀਆਂ ਇੱਥੇ ਆ ਕੇ, ਤੇ ਜਿਹੜੀਆਂ ਮੁਸ਼ਕਲਾਂ ਵੀ ਉਹਨਾਂ ਨੇ ਸਹੀਆਂ, ਪਰ ਮੁਸ਼ਕਲਾਂ ਨਾਲੋਂ ਜ਼ਿਆਦਾ ਵੀ ਉਹਨਾਂ ਦੇ ਕੋਲ ਇੰਨੇ ਘੱਟ ਹੱਕ ਸੀਗੇ, ਉਹਨਾਂ ਨੇ ਫਿਰ ਵੀ ਇੱਥੇ ਆ ਕੇ ਆਪਣੇ ਲਈ ਕਿੰਨੀ ਵਧੀਆ ਜਗ੍ਹਾ ਬਣਾ ਲਈ ਆ। ਅੱਜ ਕੋਈ ਵੀ ਪ੍ਰੋਫੈਸ਼ਨ ਹੈ ਨਹੀਂ, ਕੋਈ ਵੀ ਬਿਜ਼ਨਸ ਵੈਂਚਰ ਹੈ ਨਹੀਂ, ਕੋਈ ਵੀ ਡਿਪਾਰਟਮੈਂਟ ਹੈ ਨਹੀਂ ਜਿੱਥੇ ਸਾਡੀ ਕਮਿਊਨਿਟੀ ਮੂਹਰੇ ਨਹੀਂ ਹੈਗੀ। ਸੋ ਇਟ ਫੀਲਸ ਗੁੱਡ। ਪਰ ਟੀਚਰ ਕਰਕੇ ਮੈਨੂੰ ਜ਼ਿਆਦਾ ਲੱਗਦਾ ਵੀ ਜਿਹੜੇ ਬੱਚੇ ਆ, ਸਿਰਫ ਪੰਜਾਬੀ ਬੱਚੇ ਨਹੀਂ, ਸਾਰੇ ਬੱਚਿਆਂ ਨੂੰ ਪਤਾ ਲੱਗੂਗਾ ਵੀ ਪੰਜਾਬੀ ਕਮਿਊਨਿਟੀ ਕੀ ਆ। ਹੁਣ ਆਪਾਂ ਬਾਜੇ ਵੀ ਦੇਖ ਲਾ, ਸਮੋਸੇ ਤਾਂ ਭੰਗੜਾ ਜੀ, ਪਰ ਅਸੀਂ ਬਹੁਤ ਕੁਝ ਹੋਰ ਵੀ ਦਿੱਤਾ ਹੈ ਕਲਚਰਲੀ, ਇਕਨੋਮਿਕਲੀ, ਐਂਡ ਉਹ ਸਭ ਕੁਛ ਜਿਹੜੇ ਵੀ ਪਹਿਲਾਂ ਲੋਕ ਕੱਪੜੇ ਵੀ ਪਹਿਨਦੇ ਹੁੰਦੇ ਸੀਗੇ। ਮੇਰੀ ਭੂਆ ਜਦੋਂ ਪਹਿਲਾਂ ਇੱਥੇ ਆਈ ਸੀਗੀ, ਕਹਿੰਦੀ ਅਸੀਂ ਕਦੀ ਸੂਟ ਨਹੀਂ ਸੀ ਪਾਈਦੇ ਹੁੰਦੇ, ਡਰੈਸਿਸ ਪਾਏ ਹੁੰਦੇ ਸੀ। ਕਹਿੰਦੇ ਜਦੋਂ ਅਸੀਂ ਗੁਰਦੁਆਰੇ ਜਾਣਾ, ਸਾਨੂੰ ਸ਼ੀਟਸ ਦਿੰਦੇ ਹੁੰਦੇ ਸੀ, ਚਾਦਰਾਂ, ਅਸੀਂ ਉਹ ਵਿਛਾ ਕੇ ਤਾਂ ਫੇਰ ਬੈਠਦੇ ਹੁੰਦੇ ਸੀ ਵੀ ਲੱਤਾਂ ਕਵਰ ਹੋ ਜਾਣ। ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਇਹ ਪਤਾ ਨਹੀਂ, ਕਰਕੇ ਅੱਜ ਉਹ ਦੇਖਦੇ ਆ ਬਾਹਰ ਮਾਹੌਲ, ਉਹ ਕਹਿੰਦੇ ਆ ਤਾਂ ਇੰਡੀਆ ਹੀ ਬਣ ਗਿਆ, ਰਾਈਟ। ਸੋ ਬੇਸਿਕਲੀ ਕਿ ਹੁਣ ਇਹ ਇੱਕ ਫੰਡਿੰਗ ਦਾ ਐਲਾਨ ਹੋਇਆ ਜਿਹੜਾ $1.14 ਮਿਲੀਅਨ ਹੈ, ਉਸ ਤੋਂ ਅੱਗੇ ਫਿਰ ਇਹ ਜਿਹੜਾ ਹੌਲੀ-ਹੌਲੀ ਪਲਾਨ ਕਰਾਂਗੇ ਕਿ ਇਹਦੇ ਵਿੱਚ ਕੀ ਕੀਤਾ ਜਾ ਸਕਦਾ। ਇਹ ਵੀ ਦੇਖਣਾ ਵੀ ਕੀ ਕੁਛ ਇਕੱਠਾ ਹੁੰਦਾ ਆ, ਵੀ ਪ੍ਰੋਜੈਕਟ ਕਿਸ ਦਿਸ਼ਾ ਤੇ ਜਾਂਦੀ ਆ ਨਾ। ਬਟ ਅੱਜ ਤਾਂ ਬਹੁਤ ਹੀ ਖੁਸ਼ ਵਾਲਾ ਦਿਨ ਹੈਗਾ ਆ ਸਾਰੇ ਪੰਜਾਬੀਆਂ ਲਈ। ਤੇ ਮੈਨੂੰ ਕਿਸੇ ਨੇ ਕਿਹਾ ਸੀ ਵੀ ਪੰਜਾਬੀ ਕਾਤੇ ਪੰਜਾਬੀ, ਕਿਉਂਕਿ 100 ਸਾਲ ਪਹਿਲਾਂ ਜੇ ਸਭ ਤੋਂ ਜ਼ਿਆਦਾ ਲੋਕ ਆਪਣੇ ਇੰਡੀਆ ਤੋਂ ਆਏ ਸੀਗੇ, ਉਹ ਪੰਜਾਬ 'ਚੋਂ ਆਏ ਸੀਗੇ। ਉਹੋ ਹੀ ਪੰਜਾਬ ਹੁਣ ਤੁਹਾਨੂੰ ਪਤਾ ਆ 1947 ਵਿੱਚ ਇੱਕ ਵਾਰੀ ਫੇਰ 2-3 ਸਟੇਟਸ ਬਣ ਗਈਆਂ ਆ। ਕੁਛ ਪੰਜਾਬ ਪਾਕਿਸਤਾਨ ਨੂੰ ਚਲ ਗਿਆ, ਕੁਛ ਹਰਿਆਣਾ ਤਾਂ ਪੰਜਾਬ ਦੇ ਵਿੱਚ ਤੇ ਵੰਡਿਆ ਗਿਆ। ਇਸ ਕਰਕੇ ਇਹਨੂੰ ਅਸੀਂ ਪੰਜਾਬੀ ਲੈਗੇਸੀ ਪ੍ਰੋਜੈਕਟ ਕਹਿੰਦੇ ਆ। ਇਹਦੇ ਵਿੱਚ ਕੋਈ ਧਰਮ ਦੀ ਗੱਲ ਹੈ ਨਹੀਂ ਗੀ, ਇਹਦੇ ਵਿੱਚ ਹੀ ਹਿੰਦੂ, ਵਿੱਚ ਹੀ ਮੁਸਲਿਮ, ਵਿੱਚ ਹੀ ਸਿੱਖ, ਵਿੱਚ ਹੀ ਕ੍ਰਿਸਚੀਅਨ, ਜਿਨ੍ਹਾਂ ਦਾ ਨਹੀਂ ਵੀ ਕੋਈ ਧਰਮ ਸੀਗਾ ਉਹ ਵੀ ਵਿੱਚ ਹੀ ਸ਼ਾਮਲ ਸੀਗੇ। ਸਾਡੇ ਗਦਰੀਆਂ ਬਾਬਿਆਂ ਦੀ ਇੱਥੇ ਬਹੁਤ ਵੱਡੀ ਦੇਣ ਆ। ਇਹ ਵੀ ਬਹੁਤ ਜ਼ਰੂਰਤ ਹੈਗਾ ਵੀ ਸਾਡਾ ਜਿਹੜੀ ਹਿਸਟਰੀ ਇੱਥੇ ਦੀ ਆ, ਉਹ ਸਾਡੇ ਗਦਰੀ ਬਾਬਿਆਂ ਨੂੰ ਵੀ ਵਿੱਚ ਸ਼ਾਮਲ ਕਰਨ। ਬ੍ਰਿਟਿਸ਼ ਕੋਲੰਬੀਆ 'ਚ ਖਾਸ ਕਰਕੇ ਕੁਝ ਜ਼ਿਆਦਾ ਪੁਰਾਣਾ ਇਤਿਹਾਸ ਹੈ ਪੰਜਾਬੀਆਂ ਦਾ। ਕੋਈ ਕਾਮਾ-ਕਾਟਾ-ਮਾਰੂ ਵੀ ਇੱਥੇ ਪਹਿਲਾਂ ਜਹਾਜ਼ ਆਇਆ ਸੀ ਤੇ ਉਹਦੀ ਵੀ ਯਾਦਗਾਰ ਬਣੀ ਹੋਈ ਹੈ ਇੱਥੇ। ਤੇ ਇੱਕ ਐਪਸਫੋਰਡ ਵਿੱਚ ਜਿਹੜਾ ਗੁਰੂ ਘਰ 111 ਸਾਲ ਪੁਰਾਣਾ, ਉਹਨੂੰ ਵੀ ਹੈਰੀਟੇਜ ਦਾ ਦਰਜਾ। ਪਰ ਹੋਰ ਵੀ ਕਈ ਥਾਵਾਂ ਹੈਗੀਆਂ ਵਾ ਤੇ ਤਾਂ ਲੱਗਦਾ ਕਿ ਭਵਿੱਖ ਵਿੱਚ ਇਹ ਵੀ ਹੋਣਾ ਚਾਹੀਦਾ ਕਿ ਕੁਝ ਹੋਰ ਥਾਵਾਂ ਨੂੰ ਵੀ ਹੈਰੀਟੇਜ ਦਾ ਰੁਤਬਾ ਦੇਣਾ ਚਾਹੀਦਾ। ਬਿਲਕੁਲ। ਤੇ ਦੇਖੋ ਜਦੋਂ ਹੁਣ ਜਿਹੜਾ ਚਾਈਨੀਜ਼ ਮਿਊਜ਼ੀਅਮ ਬਣ ਰਿਹਾ ਆ, ਇੱਕ ਜਗ੍ਹਾ ਸੈਂਟਰਲ ਲੋਕੇਸ਼ਨ ਜ਼ਰੂਰ ਹੋਊਗੀ, ਪਰ ਉਹਨਾਂ ਦੀ ਐਗਜ਼ਿਬਿਟ ਸਾਰੇ BC ਵਿੱਚ ਕੋਰਨਰ 'ਚ ਹੋਊਗੀ। ਤੁਸੀਂ ਹੁਣ ਖੂਟਨੀਸ ਵਿੱਚ ਚੱਲ ਜਾਓ, ਜਿੱਥੇ ਮਾਈਨਿੰਗ ਕਾਫੀ ਹੁੰਦੀ ਸੀਗੀ, ਉੱਥੇ ਇਹਨਾਂ ਦੀ ਹਿਸਟਰੀ ਪੂਰੀ ਦੱਸਦੀ ਹੈ, ਰਾਈਟ। ਉਹ ਕੱਪੜੇ ਵੀ ਉਹਨਾਂ ਨੇ ਉੱਥੇ ਸੰਭਾਲ ਕੇ ਰੱਖੇ, ਟੰਗੇ ਵੀ, ਇੱਦਾਂ ਦੇ ਕੱਪੜੇ ਪਾਉਂਦੇ ਹੁੰਦੇ ਸੀ, ਆਹ ਖਾਣਾ ਖਾਂਦੇ ਹੁੰਦੇ ਸੀਗੇ। ਸੋ ਇਸ ਕਰਕੇ ਜਿਹੜੀ ਸਾਡੀ ਵੀ ਹਿਸਟਰੀ ਹੈਗੀ ਆ, ਉਹ ਵਿਲੀਅਮਸ ਲੇਕਸ ਵਿੱਚ ਵੀ ਹੈਗੀ ਆ, ਪ੍ਰਿੰਸ ਜੋਰਜ ਵਿੱਚ ਵੀ ਹੈਗੀ ਆ, ਪ੍ਰਿੰਸ ਰੂਪਰਟ ਵਿੱਚ ਵੀ ਹੈਗੀ ਆ। ਤੇ ਅੱਜ ਕੱਲ੍ਹ ਟੈਕਨੋਲੋਜੀ ਕਰਕੇ ਜਿਹੜੇ ਮਿਊਜ਼ੀਅਮ ਆ ਨਾ, ਅੱਗੇ ਹੁੰਦਾ ਸੀ ਮਿਊਜ਼ੀਅਮ ਇੱਕ ਜਗ੍ਹਾ ਹੁੰਦਾ ਸੀ, ਬਿਲਡਿੰਗ ਹੁੰਦੀ ਸੀਗੀ। ਅੱਜ ਕੱਲ੍ਹ ਮਿਊਜ਼ੀਅਮਸ ਬਿਲਡਿੰਗ ਵੀ ਹੈਗੇ ਆ, ਪਰ ਡਿਜੀਟਲੀ, ਵਰਚੁਅਲੀ ਬਹੁਤ ਕੁਛ ਹੈਗਾ ਆ ਜਿਹੜਾ ਆਪਾਂ ਨੂੰ ਕੈਪਚਰ ਕਰਨਾ ਪੈਣਾ। ਤੁਸੀਂ ਵਿਲੀਅਮਸ ਲੇਕ ਦੀ ਗੱਲ ਕੀਤੀ, ਪ੍ਰਿੰਸ ਜੋਰਜ, ਮੈਨੂੰ ਲੱਗਦਾ ਕਿ ਇੱਧਰ ਵੈਨਕੂਵਰ ਆਈਲੈਂਡ ਵੱਲ ਚੱਲ ਜਾਈਏ ਤਾਂ ਉੱਥੇ ਖਾਸ ਕਰਕੇ ਜਿੱਦਾਂ ਪਾਲਦੀ ਆ, ਉੱਥੇ ਵੀ ਕਾਫੀ ਪੁਰਾਣਾ ਇਤਿਹਾਸ ਆ। ਪਾਲਦੀ ਵਿੱਚ ਬਹੁਤ ਪੁਰਾਣਾ ਇਤਿਹਾਸ ਆ। ਤੇ ਉੱਥੇ ਜਦੋਂ ਮੈਂ ਪਹਿਲਾਂ ਨਨਾਈਮੋ ਆਈ ਸੀ ਰਹੀ ਸੀਗੀ ਨਾ, ਤੇ ਕਈਆਂ ਨੂੰ ਮੈਂ ਮਿਲਣਾ ਜਿਹੜੇ ਪਾਲਦੀ ਵਿੱਚੋਂ ਬੱਚੇ ਆਉਂਦੇ ਸੀਗੇ, ਉਹ ਪੰਜਾਬੀ ਨਹੀਂ ਸੀ ਬੋਲਦੇ ਹੁੰਦੇ। ਰਾੜਾ ਮੈਂ ਕਹਿਣਾ ਵੀ
ਮੇਰੀ ਪੰਜਾਬੀ ਤਾਂ ਹੈਗੀ ਟੁੱਟੀ ਫੁੱਟੀ, ਪਰ ਇਹ ਤਾਂ ਬਿਲਕੁਲ ਹੀ ਨਹੀਂ ਬੋਲਦੇ ਹੈਗੇ। ਸੋ ਉਹ ਵੀ ਬਹੁਤ ਪੁਰਾਣੀ ਕਮਿਊਨਿਟੀ ਆ। ਆਪਾਂ ਚੱਲ ਜਾਈਏ ਫੋਰਟ ਆਲਬਰਨੀ, ਜੀ ਉੱਥੇ ਵੀ ਬਹੁਤ ਪੁਰਾਣੀ ਕਮਿਊਨਿਟੀ ਆ। ਨਨਾਇਮੋ ਦਾ ਗੁਰਦੁਆਰਾ ਬਹੁਤ ਪੁਰਾਣਾ ਆ। ਜੀ ਉਹ ਉਦੋਂ ਫੋਰੈਸਟਰੀ ਇੰਡਸਟਰੀ ਨੇ, ਮਿਲ ਨੇ ਹੀ ਨਾਲ ਪੂਰੀ ਮਦਦ ਕੀਤੀ ਸੀਗੀ ਜਦੋਂ ਬਣਿਆ ਸੀਗਾ। ਜੀ ਦੇਖੋ ਪਹਿਲਾਂ ਜਿਹੜੀ ਫੋਰੈਸਟਰੀ ਇੰਡਸਟਰੀ ਆ ਉਹ ਬਹੁਤ ਹੈਲਪ ਕਰਦੇ ਰਹੇ ਜਦੋਂ ਵੀ ਲੋਕ ਆਏ ਗੁਰਦੁਆਰੇ ਬਣਾਉਣ ਦੇ ਵਿੱਚ ਵੀ। ਜੀ ਜਦੋਂ ਮੈਂ ਪ੍ਰਿੰਸ ਰੂਪਰਟ ਵਿੱਚ ਗਈ ਹਾਂ, ਉੱਥੇ ਦੇ ਗੁਰਦੁਆਰਾ ਵੀ ਮੈਂ ਦੇਖਿਆ, ਉੱਥੇ ਵੀ 2 ਗੁਰਦੁਆਰੇ ਸੀਗੇ। ਆਪਣੇ ਗੁਰਦੁਆਰਿਆਂ ਦੇ ਵਿੱਚ ਆਪਣੀ ਹਿਸਟਰੀ ਬਹੁਤ ਪਈ ਆ, ਜੀ ਕਰਕੇ ਜਦੋਂ ਅਸੀਂ ਉਹਨਾਂ ਦੀ ਵੀ ਬੁੱਕਸ ਪੜ੍ਹਦੇ ਹਾਂ, ਜੋ ਕੁਛ ਉਹ ਰੈਕੋਰਡਸ ਰੱਖਦੇ ਸੀਗੇ, ਜੀ ਉਹਦੇ ਵਿੱਚੋਂ ਵੀ ਆਪਾਂ ਨੂੰ ਬਹੁਤ ਕੁਛ ਸਿੱਖਣ ਨੂੰ ਪੈਂਦਾ ਹੈ। ਜੀ ਤੇ ਜਿਹੜਾ ਪ੍ਰੋਜੈਕਟ ਇਹ ਸ਼ੁਰੂ ਹੋਇਆ ਵਾ, ਇਹ ਕੋਈ ਇਹਦੀ ਇੱਕ ਟਾਈਮ ਲਿਮਿਟ ਵੀ ਕਿੰਨੇ ਟਾਈਮ 'ਚ ਪੂਰਾ ਹੋ ਸਕਦਾ, ਕਦੋਂ ਤੱਕ ਸਾਰਾ ਜਿਹੜੇ ਇੱਥੇ ਲੋਕ ਕੰਮ ਕਰ ਰਹੇ ਨੇ ਵੀ ਕਿੰਨਾ ਚਿਰ ਦਿੱਤਾ ਗਿਆ ਵੀ ਚੀਜ਼ਾਂ? ਇਹ ਐਡਵਾਈਜ਼ਰੀ ਕਮੇਟੀ ਦੇ ਹੱਥ ਵਿੱਚ ਹੁੰਦਾ ਆ। ਜੀ ਵੱਡੀ ਪ੍ਰੋਜੈਕਟ ਆ, ਛੋਟੀ ਪ੍ਰੋਜੈਕਟ ਹੈ ਨਹੀਂ। ਜੀ ਇਸ ਕਰਕੇ ਮੈਂ ਨਹੀਂ ਚਾਹੁੰਦੀ ਵੀ ਇਹਦੇ ਵਿੱਚ ਵੀ ਸਪੀਡ ਜ਼ਿਆਦਾ ਹੋਵੇ ਤਾਂ ਜਿਹੜੀ ਕਹਿੰਦੇ ਹੁੰਦੇ ਵੀ ਐਨ ਬਰੀਕੀ ਘੱਟ ਹੋਵੇ। ਜੀ ਇਹ ਪ੍ਰੋਜੈਕਟ ਐਸੀ ਹੈਗੀ ਆ, ਇਹ ਸੋਚ and ਮੈਨੂੰ ਪੂਰਾ ਭਰੋਸਾ ਹੈਗਾ ਆ ਵੀ ਜਿਹੜੇ ਵੀ ਡਾਕਟਰ ਬਲਬੀਰ ਗਰਮ ਵੀ ਇਹਨੂੰ ਲੀਡ ਕਰ ਰਹੇ ਆ, ਬਾਕੀ ਉਹਨਾਂ ਦੇ ਨਾਲ ਬਹੁਤ ਸਾਰੀ ਟੀਮ ਹੈਗੀ ਆ। ਦੇ ਆਰ ਵੈਰੀ ਕਮਿਟਡ, ਤੇ ਕਰਕੇ ਸਾਨੂੰ ਪਤਾ ਹੈ ਵੀ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈਗਾ ਰੂਟਸ ਨਾਲ, ਤੇ ਜਿਹੜੇ ਦੂਸਰੇ ਬੱਚੇ ਉਹਨਾਂ ਨੂੰ ਵੀ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਜਦੋਂ ਬਾਹਰ ਪੌਦੇ ਹੁੰਦੇ, ਦਰਖਤ ਹੁੰਦੇ ਆ, ਜੀ ਉਹਨਾਂ ਨੂੰ ਜੜ੍ਹਾਂ ਦੀ ਸਖਤ ਜ਼ਰੂਰਤ ਹੁੰਦੀ ਆ। ਜੀ ਜਿੱਦਣ ਜੜ੍ਹਾਂ ਮਰ ਜਾਣ ਜੀ ਉਹ ਪੌਦਾ ਹੀ ਡਿੱਗ ਪੈਂਦਾ, ਵੱਡੇ ਵੱਡੇ ਦਰਖਤ ਡਿੱਗ ਪੈਂਦੇ ਆ। ਇਸੇ ਹੀ ਤਰ੍ਹਾਂ ਬਹੁਤ ਜ਼ਰੂਰੀ ਹੈਗਾ ਵੀ ਜਿਹੜਾ ਸਾਡਾ ਹਿਸਟਰੀ ਆ, ਸਾਡਾ ਇਤਿਹਾਸ ਆ, ਅਸੀਂ ਉਹਦੇ ਨਾਲ ਜੁੜੇ ਹੋਈਏ। ਇਹ ਨਹੀਂ ਅਸੀਂ ਪਿੱਛੇ ਸੋਚ ਕੇ ਰਹੀਏ, ਗਾਂਹ ਸੋਚੋ, ਪਰ ਯਾਦ ਰੱਖੋ ਵੀ ਤੁਹਾਡੇ ਬਜ਼ੁਰਗਾਂ ਨੇ ਇੱਥੇ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਸੀਗੀਆਂ, ਕਿਹੜੇ ਦੁੱਖ ਸਹੇ ਸੀਗੇ ਇੱਥੇ ਆਪਣੀ ਜਗ੍ਹਾ ਬਣਾਉਣ ਨੂੰ। ਜੇ ਅਸੀਂ ਗਾਂਹ ਇੱਥੇ, ਅਸੀਂ ਕੈਨੇਡੀਅਨ ਆ, ਅਸੀਂ ਇੱਥੇ ਹੀ ਰਹਿਣਾ ਆ, ਤਾਂ ਫਿਰ ਸਾਡਾ ਵੀ ਓਨਾ ਹੀ ਹੱਕ ਇਸ ਹਿਸਟਰੀ 'ਤੇ ਹੈਗਾ ਆ, ਕੈਨੇਡਾ ਦੀ ਹਿਸਟਰੀ 'ਤੇ, ਜਿੰਨਾ ਦੂਸਰਿਆਂ ਲੋਕਾਂ ਦਾ ਹੈ। ਜਦੋਂ ਇੱਥੇ ਬਜ਼ੁਰਗਾਂ ਨਾਲ ਗੱਲ ਕਰੀ ਦੀ ਤਾਂ ਉਹ ਅਕਸਰ ਦੱਸਦੇ ਆ ਕਿ ਜਦੋਂ ਪਹਿਲਾਂ ਉਹ ਇੱਥੇ ਇਕੱਲੇ ਕਿਤੇ ਰੋਡ ਤੇ ਜਾਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਅਕਸਰ ਕਈ ਵਾਰੀ ਨਸਲੀ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਸੀ। ਤੇ ਹੁਣ ਤੁਹਾਨੂੰ ਲੱਗਦਾ ਕਿ ਜਦੋਂ ਇਹੋ ਜਿਹੇ ਪ੍ਰੋਜੈਕਟ ਬਣਦੇ ਆ ਤਾਂ ਗਾਂ ਹੋਰ ਕਮਿਊਨਿਟੀਜ਼ ਦੇ ਬੱਚਿਆਂ ਨੂੰ ਵੀ ਪਤਾ ਲੱਗਦਾ ਵੀ ਨਹੀਂ ਇਹ ਲੋਕ ਇੱਥੇ ਦੇ ਆ, ਪੁਰਾਣੇ ਆ, ਸੋ ਥੋੜ੍ਹਾ ਜਿਹਾ ਫਿਰ ਉਸ ਚੀਜ਼ 'ਚ ਗਿਰਾਵਟ ਆਊਗੀ ਕਿ ਨਹੀਂ? ਦੇਖੋ ਜਦੋਂ ਕੋਵਿਡ-19 ਆਇਆ, ਆਪਾਂ ਦੇਖਿਆ ਇੰਨੇ ਸਾਲਾਂ ਤੋਂ ਬਾਅਦ ਚਾਈਨੀਜ਼ ਕਮਿਊਨਿਟੀ ਇੱਥੇ ਬਹੁਤ ਚਿਰਾਂ ਦੀ ਰਹਿੰਦੀ ਆ, ਤੇ ਫਿਰ ਵੀ ਰੇਸਿਜ਼ਮ ਇੱਕਦਮ ਵੱਧ ਗਿਆ ਜੀ। ਆਪਾਂ ਬਹੁਤ ਦੇਖਿਆ। ਇਸ ਕਰਕੇ ਇਹ ਪ੍ਰੋਜੈਕਟ ਇਸ ਵਕਤ ਕਈ ਕਹਿੰਦੇ ਵੀ ਕੋਵਿਡ ਵਿੱਚ ਤੁਸੀਂ ਐਲਾਨ ਕੀਤਾ, ਇਹਦੀ ਹੁਣ ਜ਼ਰੂਰਤ ਆ, ਇਹਦੀ ਹੁਣ ਜ਼ਰੂਰਤ ਆ, ਕਿਉਂਕਿ ਜੇ ਤੁਸੀਂ ਰੇਸਿਜ਼ਮ ਨੂੰ ਖਤਮ ਕਰਨਾ ਹੈ, ਸਿਸਟੈਮਿਕ ਰੇਸਿਜ਼ਮ ਨੂੰ, ਯੂ ਨੀਡ ਟੂ ਚੇਂਜ ਯੋਰ ਪਾਲਿਸੀਜ਼ ਐਂਡ ਕਲਚਰ, ਤੇ ਉੱਦਾਂ ਰੇਸਿਜ਼ਮ ਨੂੰ ਖਤਮ ਕਰਨਾ, ਇਹ ਸ਼ੁਰੂਆਤ ਵੀ ਐਜੂਕੇਸ਼ਨ ਨਾਲ ਹੀ ਹੋਣੀ ਹੈ ਤੇ ਖਤਮ ਵੀ ਐਜੂਕੇਸ਼ਨ ਨਾਲ ਹੀ ਹੋਣਾ ਹੈ। ਤੇ ਜੇ ਬੱਚੇ ਬੈਠ ਕੇ ਸਾਰੇ ਪੜ੍ਹਨਗੇ, ਉਹ ਮੇਰੀ ਦੋਤੀ ਆ, ਹੁਣ ਜਦੋਂ ਸਕੂਲ ਜਾਣਾ, ਹੁਣ ਕਲਾਸ ਵਿੱਚ ਬੈਠੀ ਹੋਣਾ, ਉੱਥੇ 20 ਤੋਂ ਉੱਪਰ ਬੱਚੇ ਹੋਣੇ ਆ ਗ੍ਰੇਡ 1 ਦੇ ਵਿੱਚ। ਜੇ ਸਾਰਾ ਦੇਖਣਗੇ ਵੀ ਆ ਵੀ ਹਿਸਟਰੀ ਹੈਗੀ, ਆ ਵੀ ਹਿਸਟਰੀ ਹੈਗੀ ਆ, ਉਹਨਾਂ ਨੂੰ ਫਿਰ ਇੱਦਾਂ ਲੱਗੂਗਾ ਨਾ ਵੀ ਇਹ ਓਪਰੇ ਆ, ਵੀ ਆਰ ਆਲ ਕੈਨੇਡੀਅਨਸ। ਸੋ ਹਿਸਟਰੀ ਤੇ ਆ ਜਿਹੜਾ ਵੀ ਆਪਾਂ ਕੰਮ ਕਰਨਾ ਆ, ਇਹਦੀ ਬਹੁਤ ਹੀ ਇੰਪੋਰਟੈਂਟ ਚੀਜ਼ ਹੈਗੀ ਹੈ ਜੀ। ਅੱਛਾ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਪ੍ਰੋਜੈਕਟ, ਜਦੋਂ ਕੱਲ੍ਹ ਇਹਦਾ ਐਲਾਨ ਹੋਇਆ, ਸਾਨੂੰ ਪਤਾ ਲੱਗਾ, ਤਾਂ ਉਸ ਤੋਂ ਬਾਅਦ ਆਪਣੇ ਭਾਈਚਾਰੇ ਦਾ ਕਿਸ ਤਰ੍ਹਾਂ ਦੀ ਫੀਡਬੈਕ ਆਈ ਤੁਹਾਨੂੰ? ਦੇਖੋ ਅੱਜ ਸਵੇਰ ਦੀ ਮੈਂ ਮੀਡੀਆ ਹੀ ਕਰ ਰਹੀ ਹਾਂ, ਕਰਕੇ ਮੈਨੂੰ ਪ੍ਰੀਮੀਅਰ ਨੇ ਲੀਡ ਬਣਾ ਦਿੱਤਾ ਸੀ ਇਸ ਪ੍ਰੋਜੈਕਟ ਦਾ, ਤੇ ਲੀਡ ਸਪੋਕਸਪਰਸਨ। ਬਹੁਤ ਵਧੀਆ ਰਿਸੈਪਸ਼ਨ ਹੋ ਰਿਹਾ ਆ ਹਰੇਕ ਜਗ੍ਹਾ। ਇਹ ਇੱਕ ਇੱਕ ਦੋ ਜਾਣਿਆਂ ਨੇ ਇਹ ਵੀ ਕਿਹਾ ਆ ਵੀ ਪੰਜਾਬੀ ਕਿਉਂ, ਫਿਰ ਮੈਂ ਸਮਝਾਇਆ ਵੀ ਕਰਕੇ ਪਹਿਲਾ ਜਿਹੜਾ ਲਾਰਜ ਗਰੁੱਪ ਇੱਥੇ ਆਇਆ ਸੀ ਪੰਜਾਬ 'ਚੋਂ ਆਇਆ ਸੀ। ਇੱਦਾਂ ਨਹੀਂ ਵੀ ਮੈਂ ਸਿਰਫ ਸਿੱਖ ਕਹਿੰਦੀ, ਉਹਦੇ ਵਿੱਚ ਸਿੱਖ ਵੀ ਸੀ, ਹਿੰਦੂ ਵੀ ਸੀ, ਮੁਸਲਿਮ ਵੀ ਸੀ, ਕ੍ਰਿਸਚੀਅਨ ਵੀ ਸੀ, ਸਾਰੇ ਸੀ। ਇਸ ਕਰਕੇ ਇਹ ਉਹ ਹਿਸਟਰੀ ਆ ਜਿਹੜੇ ਹੁਣ ਮਗਰੋਂ ਆਏ ਸੀਗੇ, ਗਾਂ ਜਿੱਦਾਂ ਆਪਾਂ ਕਰੀ ਜਾਣਾ ਕੰਮ, ਫਿਰ ਉਹਨਾਂ ਦੀ ਇਨਕਲੂਜਨ ਵੀ ਬਹੁਤ ਜ਼ਰੂਰੀ ਹੈਗੀ ਹੈ। ਕਰਕੇ ਇੰਡੀਆ 'ਚੋਂ, ਪਾਕਿਸਤਾਨ 'ਚੋਂ, ਸ੍ਰੀਲੰਕਾ ਤੋਂ, ਫੀਜੀ ਤੋਂ ਬਹੁਤ ਸਾਰੇ ਲੋਕ ਆਏ ਆ ਜਿਨ੍ਹਾਂ ਦੀ ਦੇਣ ਹੈਗੀ ਆ, ਪਰ ਆਪਾਂ ਉਹਨਾਂ ਨੂੰ ਡਿਫਰੈਂਟ ਪ੍ਰੋਜੈਕਟ ਵਿੱਚ, ਜਾਂ ਇਹ ਕੰਟੀਨਿਊ ਹੋਊਗੀ। ਜੀ। ਸੋ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।
ਸੋ ਇਹ ਸਨ ਸਾਡੇ ਨਾਲ ਐਨਡੀਪੀ ਸਰਕਾਰ ਵੱਲੋਂ ਵਿਧਾਇਕ, ਜਿਨ੍ਹਾਂ ਨੇ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਪ੍ਰੋਜੈਕਟ ਹੈ ਹੌਲੀ ਹੌਲੀ ਡਿਵੈਲਪ ਹੋਵੇਗਾ। ਇਹਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਔਰ ਸਿਰਫ ਪੰਜਾਬੀਆਂ ਨਹੀਂ, ਹੋਰ ਵੀ ਜਿਹੜੀਆਂ ਕੌਮਾਂ ਇੱਥੇ ਆਈਆਂ ਨੇ ਜਿਨ੍ਹਾਂ ਨੇ ਵੀ ਕੈਨੇਡਾ ਦੇ, ਬ੍ਰਿਟਿਸ਼ ਕੋਲੰਬੀਆ ਦੇ ਵਿਕਾਸ ਵਿੱਚ ਯੋਗਦਾਨ ਪਾਇਆ, ਉਹਨਾਂ ਸਾਰਿਆਂ ਨੂੰ ਹੀ ਉਹਨਾਂ ਦੀ ਜਿਹੜੀ ਬਣਦੀ ਪਹਿਚਾਣ ਆ ਉਹ ਬਣਾਈ ਜਾਵੇਗੀ। ਸੋ ਇਸ ਤਰ੍ਹਾਂ ਦੀਆਂ ਭਾਈਚਾਰੇ ਨਾਲ ਜੁੜੀਆਂ ਹੋਰ ਖਬਰਾਂ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।